ABC ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਮੈਂ ਹਾਂ ਸੰਦੀਪ ਲਾਦੂਕਾ। ਅੱਜ ਦੀਆਂ ਮੁੱਖ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਗਰਮੀ ਦੀ। ਦਰਅਸਲ ਉਹ ਆਪਣੀ ਪਤਨੀ ਦੇ ਨਾਲ ਤੇ ਹੋਰ ਪਾਰਟੀ ਦੇ ਲੀਡਰਸ਼ਿਪ ਦੇ ਨਾਲ ਉਹ ਨਕੋਦਰ ਡੇਰੇ ਦੇ ਵਿੱਚ ਨਤਮਸਤਕ ਹੋਏ ਤੇ ਉਹਨਾਂ ਨੇ ਉੱਥੇ ਪਬਲਿਕ ਨੂੰ ਸੰਬੋਧਨ ਵੀ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਬੋਲਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਪੰਜਾਬ ਜਿਹੜੇ ਹਾਲਾਤ ਚੋਂ ਲੰਘ ਰਿਹਾ ਉਸ ਨੂੰ ਧਿਆਨ ਵਿੱਚ ਰੱਖਦਿਆਂ ਸ਼ਬਦ ਕਹੇ ਕਿ ਪੰਜਾਬ ਜਿੰਨੀ ਵਾਰੀ ਵੀ ਡਿੱਗਿਆ ਉਨੀ ਵਾਰੀ ਉੱਠ ਖੜਿਆ ਵੀ ਹੋਇਆ। ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਡੇਰੇ ਦੇ ਵਿੱਚ ਨਤਮਸਤਕ ਹੁੰਦਿਆਂ ਸਕੂਨ ਮਿਲ ਰਿਹਾ ਹੈ ਔਰ ਜਿਹੜਾ ਵੀ ਇੱਥੇ ਬੇਸੁਰਾ ਆ ਕੇ ਵੀ ਨਤਮਸਤਕ ਹੁੰਦਾ ਹੈ ਉਹ ਵੀ ਸੁਰ ਦੇ ਨਾਲ ਗਾਉਣ ਲੱਗਦਾ ਹੈ। ਇਸ ਮੌਕੇ ਦੇ ਵਿੱਚ MP ਹੰਸਰਾਜ ਹੰਸ ਵੀ ਹਾਜ਼ਰ ਸਨ ਤੇ ਉਹ ਗਾਇਕ ਦਲੇਰ ਮਹਿੰਦੀ ਵੀ ਦੇਖੇ ਗਏ ਇਸ ਤਸਵੀਰ ਦੇ ਵਿੱਚ। ਨਾਲ ਹੀ ਮੁੱਖ ਮੰਤਰੀ ਦੇ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੂੰ ਵੀ ਦੇਖਿਆ ਗਿਆ ਤੇ ਉਹਨਾਂ ਨੇ ਖੁਦ ਵੀ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਤੇ ਤਸਵੀਰਾਂ ਜਾਰੀ ਕੀਤੀਆਂ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਹੋਇਆਂ ਜਦੋਂ ਇਸ ਗੱਲ ਦੇ ਜ਼ਿਕਰ ਕੀਤਾ ਕਿ ਪੰਜਾਬ ਕੁਦਰਤੀ ਆਫਤ ਦੇ ਵਿੱਚ ਨਾਲ ਲੜ ਰਿਹਾ ਹੈ ਔਰ ਪੰਜਾਬ ਦੀ ਖਾਸੀਅਤ ਵੀ ਇਹੀ ਹੈ ਕਿ ਜਿੰਨੀ ਵਾਰ ਵੀ ਉਹ ਡਿੱਗਿਆ ਉਨੀ ਵਾਰ ਹੀ ਪੂਰੀ ਤਾਕਤ ਦੇ ਨਾਲ ਉੱਭਰ ਕੇ ਸਾਹਮਣੇ ਆਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਪੰਜਾਬ ਨੂੰ ਲੰਡਨ ਪੈਰਿਸ ਬਣਾਵਾਂਗੇ ਪਰ ਇੰਨਾ ਜ਼ਰੂਰੀ ਹੈ ਕਿ ਆਪਣੇ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣਾ ਲਾਜ਼ਮੀ ਹੈ। ਇਸ ਪੰਜਾਬ ਨੂੰ ਸਾਰੇ ਲੋਕ ਦੇਖਣਾ ਚਾਹੁੰਦੇ ਨੇ। ਅਗਰ ਮੇਰੇ ਹਰੇ ਪੈਨ ਦੇ ਨਾਲ ਲੋਕਾਂ ਦੀ ਜ਼ਿੰਦਗੀ 'ਚ ਖੁਸ਼ਹਾਲੀ ਆਉਂਦੀ ਹੈ ਤਾਂ ਫਿਰ ਮੈਂ ਹਰਾ ਪੈਨ ਚਲਾਵਾਂਗਾ। ਨਾਲ ਹੀ ਉਹਨਾਂ ਨੇ ਕਿਹਾ ਤੇ ਆਪ ਜਿਹੜੇ ਜਿੰਨੇ ਵੀ ਲੋਕ ਨੇ ਤੁਸੀਂ ਉਹ ਸਾਰੇ ਮੇਰੇ ਨਾਲ ਮੋਢਾ ਲਾ ਕੇ ਖੜੋ ਤਾਂ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ। ਮੇਰਾ ਹੱਥ ਫੜ ਕੇ ਤੁਸੀਂ ਮੈਨੂੰ ਆਪਣਾ ਹੀ ਸਮਝੋ ਔਰ ਜਿੱਥੇ ਵੀ ਮੈਨੂੰ ਲੋਕ ਡਾਂਟ ਵੀ ਸਕਦੇ ਨੇ। ਇਸ ਗੱਲ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜੇ ਹਰਾ ਪੈਨ ਲੋਕਾਂ ਦੀ ਖੁਸ਼ਹਾਲੀ ਨਹੀਂ ਚੱਲਦਾ ਤਾਂ ਲੋਕ ਮੈਨੂੰ ਕੁਝ ਵੀ ਕਹਿ ਸਕਦੇ ਨੇ। ਮੇਰੀ ਪੂਰੀ ਕੋਸ਼ਿਸ਼ ਰਹੇਗੀ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂ ਕਿਉਂਕਿ ਤੁਸੀਂ ਲੋਕ ਹੀ ਹੋ ਜਿਨ੍ਹਾਂ ਨੇ ਇਹ ਕਲਮ ਮੈਨੂੰ ਲੈ ਕੇ ਦਿੱਤੀ ਹੈ, ਮੈਨੂੰ ਇੰਨੇ ਜੋਗਾ ਬਣਾਇਆ ਔਰ ਇਸੇ ਕਲਮ ਦੇ ਨਾਲ ਹੀ ਜੇਕਰ ਕਿਸੇ ਦਾ ਭਲਾ ਹੋ ਸਕਦਾ ਹੈ ਤੇ ਅਸੀਂ ਭਲਾ ਹਰ ਹਾਲਤ ਵਿੱਚ ਕਰਾਂਗੇ, ਹਰ ਹਾਲਾਤ ਵਿੱਚ ਕਰਾਂਗੇ। ਜਿੱਥੇ ਉਹਨਾਂ ਨੇ ਨਾਲ ਗੱਲ ਦਾ ਜ਼ਿਕਰ ਕੀਤਾ ਕਿ ਪੰਜਾਬ ਜਿਹੜੇ ਹਾਲਾਤ 'ਚੋਂ ਲੰਘ ਰਿਹਾ ਉਸ ਦੇ ਨਾਲ ਅਸੀਂ ਪੂਰੀ ਤਰ੍ਹਾਂ ਸਰਗਰਮੀ ਦੇ ਨਾਲ ਨਜਿੱਠ ਰਹੇ ਹਾਂ, ਲੜ ਰਹੇ ਹਾਂ। ਇਸ ਹਾਲਾਤ 'ਚੋਂ ਵੀ ਲੰਘਾਂਗੇ ਕਿਉਂਕਿ ਪੰਜਾਬ ਜਿੰਨੀ ਵਾਰੀ ਵੀ ਡਿੱਗਿਆ ਪੰਜਾਬ ਦੀ ਖਾਸੀਅਤ ਹੈ ਕਿ ਉਨੀ ਵੱਧ ਸ਼ਕਤੀ ਦੇ ਨਾਲ ਤਾਕਤ ਦੇ ਨਾਲ ਉੱਭਰ ਕੇ ਵੀ ਸਾਹਮਣੇ ਆਇਆ। ਜਿੱਥੇ ਹੜ੍ਹਾਂ ਦੀ ਮਾਰ ਕਰਕੇ ਪੰਜਾਬ ਜੂਝ ਰਿਹਾ ਹੈ ਉੱਥੇ ਹੀ ਇੱਕ ਸੁਲਤਾਨਪੁਰ ਲੋਧੀ ਤੋਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦਾ ਬਿਆਨ ਵੀ ਸਾਹਮਣੇ ਆਇਆ। ਹਾਲਾਂਕਿ ਇੱਕ ਤਸਵੀਰ ਕਾਫੀ ਖੂਬ ਵਾਇਰਲ ਹੋਈ ਜਿਸ ਦੇ ਵਿੱਚ ਸੰਤ ਸੀਚੇਵਾਲ ਦੇ ਸੇਵਾਦਾਰ ਤੇ ਸਮੂਹ ਪੰਜਾਬੀਆਂ ਨੇ ਇਕੱਠੇ ਹੋ ਕੇ ਬੰਨ ਜਿਹੜਾ ਉਹ ਪੂਰ ਦਿੱਤਾ ਜਾਂ ਬੰਨ ਲਗਾ ਦਿੱਤਾ ਜਿਸ ਦੇ ਵਿੱਚ ਪਾੜ ਪਿਆ ਸੀ। ਉਸ ਦੀ ਕਾਫੀ ਸ਼ਲਾਘਾ ਕੀਤੀ ਗਈ ਕਿ ਜ਼ਮੀਨੀ ਪੱਧਰ ਦੇ ਉੱਤੇ ਜੇਕਰ ਇਸ ਤਰ੍ਹਾਂ ਏਕਾ ਦਿਖਾਇਆ ਜਾਵੇ, ਲੋਕ ਇੱਕ ਦੂਜੇ ਦਾ ਸਾਥ ਦੇਣ ਤਾਂ ਜਿੱਥੇ ਫਿਰ ਪ੍ਰਸ਼ਾਸਨ ਤੇ ਸਰਕਾਰਾਂ ਫੇਲ ਹੋ ਜਾਂਦੀਆਂ ਨੇ ਫਿਰ ਉੱਥੇ ਲੋਕ ਆਪ ਮੁਹਾਰੇ ਜਿਹੜੇ ਨੇ ਕੰਮ ਕਰਨ ਲੱਗਦੇ ਨੇ। ਔਰ ਸੰਤ ਸੀਚੇਵਾਲ ਦਾ ਜਿਹੜਾ ਤਾਜ਼ਾ ਬਿਆਨ ਆਇਆ ਉਸ ਦੇ ਵਿੱਚ ਉਹਨਾਂ ਨੇ ਇਲਜ਼ਾਮ ਵੀ ਲਗਾਏ ਨੇ ਡਰੇਨੇਜ ਵਿਭਾਗ ਦਾ ਜਿਹੜਾ ਦੋਸ਼ ਵੀ ਹੈ ਕਿ ਤੁਸੀਂ ਬੰਨ ਦੇ ਵਿੱਚ ਚੱਲਦਾ ਜਿਹੜਾ ਕੰਮ ਕਾਜ ਹੈ ਉਸ ਨੂੰ ਬੰਦ ਕਰਵਾਇਆ ਗਿਆ। ਠੇਕੇਦਾਰ ਇੱਥੋਂ ਭੱਜ ਗਿਆ ਸੀ ਔਰ ਧੱਕਾ ਬਸਤੀ ਦੇ ਕੋਲ ਜਿਹੜਾ ਬੰਨ ਹੈ ਉਹ ਟੁੱਟਿਆ ਸੀ ਉਸ ਨੂੰ ਠੀਕ ਕੀਤਾ ਗਿਆ। ਇਸ ਗੱਲ ਦਾ ਜ਼ਿਕਰ ਕੀਤਾ ਗਿਆ ਜਲੰਧਰ ਦੀ ਤਹਿਸੀਲ ਲੋਹੀਆਂ ਦੇ ਤਹਿਤ ਹੁਣ ਤੱਕ ਧੱਕਾ ਬਸਤੀ ਦੇ ਕੋਲ ਜਿਹੜਾ ਗੱਟਾ ਮੰਡੀ ਦੇ ਕੋਲ ਕਾਸੋ ਦੇ ਕੋਲ ਧੁੱਸੀ ਬੰਨ ਟੁੱਟਿਆ ਸੀ। ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਬਣਾਉਣ ਦੇ ਲਈ ਕੰਮ ਸ਼ੁਰੂ ਕਰਵਾ ਦਿੱਤਾ ਸੀ। ਡਰੇਨੇਜ ਵਿਭਾਗ ਨੇ ਰੋਸ ਜਾਰੀ ਕੀਤਾ। ਡਰੇਨੇਜ ਵਿਭਾਗ ਨੇ ਇਹ ਵੀ ਇਲਜ਼ਾਮ ਲਗਾਏ ਕਿ ਜਦੋਂ ਧੁੱਸੀ ਬੰਨ ਟੁੱਟਿਆ ਤਾਂ ਉਸ ਸਮੇਂ ਬਣਵਾਉਣ ਵਾਲੇ ਠੇਕੇਦਾਰ ਨੂੰ ਠੇਕਾ ਦਿੱਤਾ ਗਿਆ ਸੀ ਪਰ ਠੇਕੇਦਾਰ ਆਪਣੀ ਲੇਬਰ ਦੇ ਨਾਲ ਕੰਮ ਕਰ ਰਿਹਾ ਸੀ। ਪਰ ਇਸ ਦੌਰਾਨ ਪ੍ਰਸ਼ਾਸਨ ਨੇ ਮੰਡਾਲਾ ਛੰਨਾ ਦਾ ਜਿਹੜਾ ਧੁੱਸੀ ਬੰਨ ਹੈ ਉਸ ਦਾ ਕੰਮ ਪੂਰਾ ਕਰਨ ਦੇ ਲਈ ਸੰਤ ਸੀਚੇਵਾਲ ਨੂੰ ਸੌਂਪ ਦਿੱਤਾ ਗਿਆ। ਇਸ ਦੇ ਲਈ ਠੇਕੇਦਾਰ ਵਿੱਚ ਹੀ ਕੰਮ ਛੱਡ ਕੇ ਭੱਜ ਗਿਆ। ਡਰੇਨੇਜ ਵਿਭਾਗ ਨੇ 3 ਪੱਤਰ ਜਾਰੀ ਕਰਕੇ ਸੰਤ ਬਾਬਾ ਸੀਚੇਵਾਲ ਤੇ ਸਿੱਧੇ ਇਲਜ਼ਾਮ ਵੀ ਲਗਾਏ ਨੇ। ਉਲਟਾ ਜਵਾਬ ਇਹ ਮਿਲਿਆ। ਹਾਲਾਂਕਿ ਤਸਵੀਰਾਂ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਸੀ ਕਿ ਸੰਤ ਸੀਚੇਵਾਲ ਤੇ ਸੇਵਾਦਾਰ ਤੇ ਆਮ ਲੋਕ ਉੱਥੇ ਬੰਨ ਜੋੜਨ ਦੇ ਲਈ ਆਏ ਸੀ ਗੱਟਾ ਮੰਡੀ ਦੇ ਕੋਲ, ਪਰ ਉਧਰੋਂ ਡਰੇਨੇਜ ਵਿਭਾਗ ਦੇ ਵੱਲੋਂ ਸਿੱਧੇ ਦੋਸ਼ ਲਗਾਏ ਜਾ ਰਹੇ ਨੇ ਕਿ ਉਹਨਾਂ ਨੂੰ ਕੰਮ ਹੀ ਨਹੀਂ ਕਰਨ ਦਿੱਤਾ ਗਿਆ ਤਾਂ ਹੀ ਠੇਕੇਦਾਰ ਉੱਥੋਂ ਭੱਜ ਗਿਆ। ਗੱਟਾ ਮੰਡੀ ਦੇ ਕਾਸੋ ਦੇ ਕੋਲ ਜਿਹੜਾ ਧੁੱਸੀ ਬੰਨ ਸੀ 925 ਫੁੱਟ ਦਾ ਹਿੱਸਾ ਵਹਿ ਗਿਆ ਸੀ ਜਿਸ ਦੇ ਕਰਕੇ ਧੱਕਾ ਬਸਤੀ ਦੇ ਵਿੱਚ ਕਈ ਘਰ ਤਹਿਸ ਨਹਿਸ ਹੋ ਗਏ। ਵਿਭਾਗ ਨੇ
ਮੰਤਰੀ ਨੂੰ 3 ਪੱਤਰ ਵੀ ਲਿਖੇ ਨੇ। ਵਿਭਾਗ ਦੇ ਵਿੱਚ ਕੰਮ ਦੇ ਵਿੱਚ ਦਖਲ ਦਿੱਤਾ ਗਿਆ। ਰਾਜ ਸਭਾ ਮੈਂਬਰ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਵੀ ਕੀਤਾ ਗਿਆ। 2 ਜਗ੍ਹਾ ਤੇ ਧੁੱਸੀ ਬੰਨ ਟੁੱਟਿਆ ਸੀ, ਜਿਸ ਦਾ ਇੱਕ ਕੰਮ ਸੰਤ ਸੀਚੇਵਾਲ ਨੂੰ ਸੌਂਪਿਆ ਗਿਆ। ਦੂਸਰੀ ਜਗ੍ਹਾ ਦੇ ਉੱਤੇ ਵਿਭਾਗ ਦਾ ਕੋਈ ਵੀ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਸੀ। ਇਸ ਗੱਲ ਨੂੰ ਲੈ ਕੇ ਜ਼ਿਕਰ ਕੀਤਾ ਗਿਆ। ਹਾਲਾਂਕਿ ਇਸ ਮਸਲੇ ਦੇ ਵਿੱਚ ਵਿਭਾਗ ਨੇ ਪੱਕੀ ਸੜਕ ਬਣਵਾਈ ਤੇ ਨਾਲ ਹੀ ਜਿਹੜਾ ਬੰਨ ਸੀ ਉਸ ਦਾ ਰੱਖ ਰਖਾਵ ਕਰਨਾ ਸੀ, ਇਹ ਸੰਤ ਸੀਚੇਵਾਲ ਨੇ ਕਿਹਾ। ਸੰਤ ਸੀਚੇਵਾਲ ਕੀ ਕਹਿੰਦੇ ਨੇ? ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਕੋਲ ਇਸ ਕਰਕੇ ਵੀ ਜ਼ਿੰਮੇਵਾਰੀ ਵੱਧ ਸੀ ਕਿਉਂਕਿ ਬਤੌਰ ਲੋਕਾਂ ਦੇ ਨੁਮਾਇੰਦੇ ਹੋਣਾ ਔਰ ਇੱਕ ਸੇਵਾਦਾਰ ਹੋਣਾ, ਦੋਨਾਂ 'ਚ ਵੱਖਰੀ ਗੱਲ ਹੁੰਦੀ ਹੈ। ਇਸੇ ਕਰਕੇ ਉਹਨਾਂ ਨੇ ਕਿਹਾ ਕਿ ਉਹ ਪਿਛਲੇ ਸਾਲ ਤੋਂ ਹੀ ਪੰਜਾਬ ਦੇ ਜਲ ਨਿਕਾਸੀ ਵਿਭਾਗ ਨੂੰ ਕਹਿ ਰਹੇ ਨੇ ਕਿ ਬੰਨਾਂ ਦੀ ਜਿਹੜੀ ਮੁਰੰਮਤ ਹੈ ਉਹ ਸਮੇਂ ਸਿਰ ਕੀਤੀ ਜਾਵੇ, ਪੂਰੇ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇ ਔਰ ਪੱਕੀ ਸੜਕ ਹੈ ਜਿਹੜੀ ਬਣਾਈ ਜਾਵੇ। ਪਰ ਸਭ ਕੁਝ ਲਿਖਤੀ ਰੂਪ ਦੇ ਵਿੱਚ ਅਸੀਂ ਦਿੰਦੇ ਰਹੇ, ਪਰ ਵਿਭਾਗ ਨੇ ਕੁਝ ਨਹੀਂ ਕੀਤਾ। ਹੁਣ ਗੱਟਾ ਮੰਡੀ ਕਾਸੋਂ ਦੇ ਕੋਲ ਜਿਹੜੀ ਦਰਾਰ ਭਰਨ ਦਾ ਕੰਮ ਅਸੀਂ ਕੀਤਾ, ਲੋਕਾਂ ਨੇ ਕੀਤਾ, ਤਾਂ ਹੁਣ ਠੇਕੇਦਾਰ ਜਿਹੜਾ ਉੱਥੋਂ ਭੱਜ ਗਿਆ ਸੀ ਉਸ ਨੂੰ ਵੀ ਵਾਰੀ ਕਿਹਾ ਗਿਆ ਸੀ ਕਿ ਤੁਸੀਂ ਇਹ ਕੰਮ ਕਰੋ, ਪਰ ਇਸ ਤਰ੍ਹਾਂ ਨਹੀਂ ਹੋਇਆ। ਇਸੇ ਕਰਕੇ ਉਹਨਾਂ ਨੇ ਸਫਲਤਾਪੂਰਵਕ 5 ਦਿਨਾਂ ਦੇ ਅੰਦਰ ਹੀ ਉਹ ਬੰਨ ਆ ਜਿਹੜਾ ਪੂਰ ਦਿੱਤਾ ਔਰ ਇੱਕ ਕੱਚੀ ਸੜਕ ਵੀ ਉੱਤੇ ਬਣਾ ਦਿੱਤੀ ਗਈ ਹੈ ਲੋਕਾਂ ਦੇ ਆਉਣ ਜਾਣ ਦੇ ਲਈ। ਹੁਣ ਇੱਕ ਪਾਸੇ ਇਹ ਕਿਹਾ ਜਾ ਰਿਹਾ ਕਿ ਸੰਤ ਸੀਚੇਵਾਲ ਨੇ ਜਿਹੜਾ ਕੰਮ ਕੀਤਾ ਹੈ, ਵਿਭਾਗ ਦੇ ਵੱਲੋਂ ਇਲਜ਼ਾਮ ਲਾਏ ਗਏ ਨੇ ਕਿ ਠੇਕੇਦਾਰ ਨੂੰ ਵਿੱਚੇ ਰੋਕ ਦਿੱਤਾ ਗਿਆ, ਉਹ ਕੰਮ ਕਰ ਰਿਹਾ ਸੀ। ਪਰ ਦੂਜੇ ਪਾਸੇ ਕਿਹਾ ਗਿਆ, ਸ਼ਿਕਾਇਤ ਦਿੱਤੀ ਗਈ ਕਿ ਇਹਨਾਂ ਨੇ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਇਆ ਹੈ। ਇਸੇ ਤਰ੍ਹਾਂ ਹੀ ਨਾਲ ਜੁੜਿਆ ਮਸਲਾ ਸੁਲਤਾਨਪੁਰ ਲੋਧੀ ਦਾ, ਜਿੱਥੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਬੰਨ ਤੋੜਿਆ ਸੀ, ਜਿਸ ਦੇ ਉੱਤੇ ਇੱਕ ਪਰਚਾ ਵੀ ਦਰਜ ਹੋ ਗਿਆ। ਪਰ ਇਸ ਮਸਲੇ ਦੇ ਵਿੱਚ ਉਸ ਆਜ਼ਾਦ ਵਿਧਾਇਕ ਦਾ ਕਹਿਣਾ ਸੀ ਕਿ ਸਰਕਾਰ ਦਾ ਮੈਂ ਇੱਕ ਵੀ ਪੈਸਾ ਨਹੀਂ ਲੱਗਣ ਦਿਆਂਗਾ ਔਰ ਦੁਬਾਰਾ ਅਸੀਂ ਬੰਨ ਪੂਰ ਰਹੇ ਹਾਂ ਕਿਉਂਕਿ 99% ਪਾਣੀ ਖੇਤਾਂ ਦੇ ਵਿੱਚੋਂ ਔਰ ਪਿੰਡਾਂ ਦੇ ਵਿੱਚੋਂ ਖਤਮ ਹੋ ਚੁੱਕਿਆ, ਪਾਣੀ ਦਾ ਪੱਧਰ ਨੀਵਾਂ ਆ ਗਿਆ, ਜਿਸ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਹੁਣ ਉਸੇ ਬੰਨ ਨੂੰ ਜਿਹਨੂੰ ਤੋੜਿਆ ਗਿਆ ਸੀ ਉਸ ਨੂੰ ਪੂਰਨ ਦਾ ਕੰਮ ਵੀ ਉਹਨਾਂ ਵੱਲੋਂ ਕਰ ਦਿੱਤਾ ਗਿਆ। ਅਗਲੀ ਖਬਰ ਜੁੜੀ ਹੈ ਸਿੱਖਿਆ ਮਹਿਕਮੇ ਦੇ ਨਾਲ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਹਿਲਾਂ ਸਕੂਲ ਖੋਲ੍ਹਣ ਨੂੰ ਲੈ ਕੇ ਹੁਕਮ ਜਾਰੀ ਕੀਤੇ ਸੀ, ਜਿੱਥੇ ਵੱਖ-ਵੱਖ ਥਾਵਾਂ ਤੇ ਸਕੂਲ ਖੁੱਲ੍ਹੇ ਵੀ ਔਰ ਕਈ ਥਾਵਾਂ ਅਜਿਹੀਆਂ ਸਨ ਜਿੱਥੇ ਹਾਲੇ ਸਥਿਤੀ ਨਾਜ਼ੁਕ ਬਣੀ ਹੋਈ ਹੈ ਤੇ ਡਿਪਟੀ ਕਮਿਸ਼ਨਰਾਂ ਦੇ ਹੱਥ ਕਰ ਦਿੱਤੀ ਸੀ ਕਮਾਂਡ ਔਰ ਉਹਨਾਂ ਕੋਲ ਆਪਣੀ ਇੱਕ ਤਾਕਤ ਹੁੰਦੀ ਹੈ ਕਿ ਕਿਹੜੇ ਸਕੂਲ ਬੰਦ ਕਰਨੇ ਨੇ ਤੇ ਕਿਹੜੇ ਖੋਲ੍ਹਣੇ ਨੇ ਕੁਦਰਤੀ ਆਫਤ ਦੇ ਦੌਰਾਨ, ਤਾਂ ਉਹ ਵੀ ਕਈ ਥਾਵਾਂ ਤੇ ਉੱਤੇ ਖੁੱਲ੍ਹੇ। ਪਰ ਹੁਣ ਇੱਕ ਹੁਕਮ ਹੋਰ ਆਇਆ ਕਿ ਜਿਹੜੇ ਹੈੱਡ ਟੀਚਰ ਨੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਸਰਕਾਰੀ ਸਕੂਲਾਂ 'ਚ ਦਾਖਲਿਆਂ ਦੀ ਗਿਣਤੀ ਵਧਾਉਣੀ ਹੈ 10% ਦੀ, ਪਰ ਜਿੱਥੇ ਗਿਣਤੀ ਨਹੀਂ ਵਧੀ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਭੇਜੇ ਗਏ ਨੇ, ਜਿਸ ਦਾ DTF ਦੇ ਵੱਲੋਂ ਵਿਰੋਧ ਵੀ ਕੀਤਾ ਗਿਆ ਕਿ ਇਹ ਸਰਾਸਰ ਗਲਤ ਹੈ। ਨਾਲ ਹੀ ਇੱਥੇ ਵੀ ਦੱਸ ਦਈਏ ਕਿ ਸਿੱਖਿਆ ਮਹਿਕਮੇ ਨੇ ਜਿਹੜੇ ਸੰਬੰਧਿਤ ਹੈੱਡ ਟੀਚਰ ਨੇ ਬਠਿੰਡਾ ਦੇ ਵਿੱਚ ਵੱਖ-ਵੱਖ ਜਿਹੜੇ 3 ਬਲਾਕ ਨੇ ਉੱਥੋਂ ਦੇ 18 ਹੈੱਡ ਟੀਚਰ ਨੇ ਜਿਨ੍ਹਾਂ ਤੋਂ ਵੀ ਜਵਾਬ ਮੰਗਿਆ ਗਿਆ। ਇਸ ਤੋਂ ਇਲਾਵਾ ਹੋਰ ਵੀ ਸਕੂਲ ਮੁਖੀਆਂ ਤੋਂ ਵੱਖ-ਵੱਖ ਥਾਵਾਂ ਤੇ ਜਵਾਬ ਮੰਗਿਆ ਗਿਆ। 10 ਦਿਨ ਦਾ ਸਮਾਂ ਦਿੱਤਾ ਗਿਆ ਕਿ ਦੱਸਿਆ ਜਾਵੇ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਤੱਕ ਗਿਣਤੀ ਆ ਜਿਹੜੀ ਬੱਚਿਆਂ ਦੀ ਵਧਣੀ ਚਾਹੀਦੀ ਸੀ ਉਹ ਕਿਉਂ ਨਹੀਂ ਵਧੀ। ਔਰ ਇਸ ਦੇ ਨਾਲ ਹੀ ਸਿੱਖਿਆ ਮੰਤਰੀ ਨੇ ਅੱਜ ਸਵੇਰੇ ਹੀ ਟਵੀਟ ਕਰਦਿਆਂ ਜਿਹੜੀ ਯੂਨੀਫਾਰਮ ਹੈ ਉਹਨਾਂ ਸਕੂਲਾਂ ਦੀ, ਜਿਹੜੇ ਸਕੂਲ ਆਫ ਐਮੀਨੈਂਸ ਨੇ, ਉਹਨਾਂ ਦੀ ਜਿਹੜੀ ਵਰਦੀ ਹੈ ਉਹ ਜਾਰੀ ਕੀਤੀ ਸੀ। ਤਸਵੀਰਾਂ ਕੀਤੀਆਂ ਸੀ ਬੱਚਿਆਂ ਦੀਆਂ ਕਿ 4000 ਰੁਪਈਆ ਪ੍ਰਤੀ ਵਰਦੀ ਦਾ ਪੰਜਾਬ ਸਰਕਾਰ ਪੇ ਕਰੇਗੀ ਜਿਹੜੇ ਉਹਨਾਂ ਸਕੂਲਾਂ ਦੇ ਵਿੱਚ, ਕਿਉਂਕਿ ਸਮੇਂ-ਸਮੇਂ ਦੇ ਉੱਤੇ ਸਕੂਲ ਖੁੱਲ੍ਹਦੇ ਰਹਿੰਦੇ ਨੇ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦਾਅਵਾ ਸੀ ਕਿ ਜਿਹੜੇ ਅਸੀਂ ਇਹ ਸਕੂਲਾਂ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਦੇ ਵਿੱਚ ਆਮ ਘਰਾਂ ਦੇ ਬੱਚੇ, ਚਾਹੇ ਕੋਈ ਜੱਜ ਦਾ ਮੁੰਡਾ ਹੈ ਬੱਚਾ ਹੈ ਜਾਂ ਕੋਈ ਵਕੀਲ ਦਾ, ਚਾਹੇ ਕੋਈ ਆਮ ਘਰਾਂ ਦਾ, ਚਾਹੇ ਕਿਸੇ ਅਧਿਆਪਕ ਦਾ, ਚਾਹੇ ਕਿਸੇ ਲੀਡਰ ਦਾ, ਉਹ ਸਾਰੇ ਹੀ ਉੱਥੇ ਪੜ੍ਹਨ ਦਾ ਉਹਨਾਂ ਨੂੰ ਮੌਕਾ ਮਿਲੇਗਾ ਔਰ ਸਾਰਿਆਂ ਨੂੰ ਇੱਕੋ ਜਿਹੀ ਪੜ੍ਹਾਈ ਦਾ ਮੌਕਾ ਦਿੱਤਾ ਜਾਵੇਗਾ। ਇਹ ਸਕੂਲ ਖੋਲ੍ਹੇ ਗਏ ਨੇ ਔਰ ਇਸ ਦੇ ਨਾਲ ਹੀ ਵੱਖਰੀ ਵਰਦੀ ਦੇ ਤੌਰ ਦੇ ਉੱਤੇ ਵੀ ਕਿ ਕਿਸ ਤਰ੍ਹਾਂ ਦੀ ਵਰਦੀ ਹੋਵੇਗੀ ਉਸ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ। ਅਗਲੀ ਖਬਰ ਜੁੜੀ ਹੋਈ ਹੈ ਇੱਕ DSP ਦੀ ਗ੍ਰਿਫਤਾਰੀ ਦੇ ਨਾਲ। ਦਰਅਸਲ ਇੱਕ ਪਿਛਲੇ ਕਤਲ ਮਾਮਲੇ ਦੇ ਵਿੱਚ ਜਾਂਚ ਚੱਲ ਰਹੀ ਸੀ, ਜਿਸ ਦੇ ਵਿੱਚੋਂ ਜਾਂਚ ਦੇ ਵਿੱਚ ਉਸ ਬਦਲੇ ਜਿਹੜੇ ਮੌਕੇ ਦੇ ਅਫਸਰ ਸਨ ਉਹਨਾਂ ਨੇ ਮਿਲੀ ਭੁਗਤ ਦੇ ਨਾਲ ਰਿਸ਼ਵਤ ਮੰਗ ਲਈ। ਉਹ ਰਿਸ਼ਵਤ ਵੀ ਜਿਹੜੀ ਹੈ ਥੋੜੀ ਬਹੁਤੀ ਨਹੀਂ ਸੀ, ਲੱਖਾਂ ਦੇ ਵਿੱਚ ਸੀ, ਤਾਂ ਜਿਸ ਕਰਕੇ ਉਹ ਨਿਸ਼ਾਨੇ ਦੇ ਉੱਤੇ ਅਫਸਰ ਆ ਗਏ ਸਨ। ਕਈਆਂ ਨੂੰ ਡਿਸਮਿਸ ਕੀਤਾ ਗਿਆ ਸੀ, ਕਈ ਬਹਾਲ ਵੀ ਹੋਏ ਤੇ ਹੁਣ ਖਬਰ ਆ ਕਿ ਫਰੀਦਕੋਟ ਤੋਂ ਜਿਹੜੇ DSP ਨੇ, ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ। ਬਾਬਾ ਦਿਆਲ ਦਾਸ ਹੱਤਿਆਕਾਂਡ ਦੇ ਵਿੱਚ ਜਿਹੜਾ ਕਤਲकांड ਹੋਇਆ ਸੀ 20 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਉਸ ਨੂੰ ਫੜਿਆ ਗਿਆ। ਫਿਰੋਜ਼ਪੁਰ SSP ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। IG ਦੇ ਨਾਮ ਦੇ ਉੱਤੇ 50 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ, ਪਰ ਉਸ ਦੇ ਵਿੱਚ 20 ਲੱਖ ਰੁਪਏ ਦਿੱਤੇ ਗਏ। ਜਿਸ ਨੇ ਸ਼ਿਕਾਇਤ ਕੀਤੀ ਸੀ ਉਸਨੇ ਲਗਾਤਾਰ ਇਸ ਗੱਲ ਦੀ ਮੰਗ ਕੀਤੀ ਸੀ
ਕਿ ਇਸ ਕੇਸ ਦੇ ਵਿੱਚ ਕੋਈ ਨਾ ਕੋਈ ਗੜਬੜੀ ਚੱਲ ਰਹੀ ਹੈ। ਫਰੀਦਕੋਟ ਜ਼ਿਲ੍ਹੇ ਦੇ ਵਿੱਚ ਬਹੁ ਚਰਚਿਤ ਇਹ ਮਾਮਲਾ ਸੀ ਬਾਬਾ ਦਿਆਲ ਦਾਸ ਕਤਲकांड ਦਾ। 50 ਲੱਖ ਰੁਪਏ ਦੀ ਰਿਸ਼ਵਤ ਮੰਗੀ ਜਾਂਦੀ ਹੈ। ਡੀਐਸਪੀ ਸੁਸ਼ੀਲ ਕੁਮਾਰ ਦੀ ਵਿਜੀਲੈਂਸ ਨੇ ਹੁਣ ਗ੍ਰਿਫਤਾਰੀ ਵੀ ਕੀਤੀ ਹੈ। ਇਸ ਦੀ ਪੁਸ਼ਟੀ ਫਿਰੋਜ਼ਪੁਰ ਵਿਜੀਲੈਂਸ ਐਸਐਸਪੀ ਗੁਰਮੀਤ ਸਿੰਘ ਦੁਆਰਾ ਕੀਤੀ ਗਈ ਹੈ। ਮੌਜੂਦਾ ਸਮੇਂ ਦੇ ਵਿੱਚ ਜਿਹੜਾ ਇਹ ਮੁਲਜ਼ਮ ਡੀਐਸਪੀ IBR ਲੁਧਿਆਣਾ ਦੇ ਵਿੱਚ ਤਾਇਨਾਤ ਸੀ। ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਡੀਐਸਪੀ ਸੁਸ਼ੀਲ ਕੁਮਾਰ ਨੂੰ ਵਿਜੀਲੈਂਸ ਨੇ ਜਾਂਚ ਵਿੱਚ ਸ਼ਾਮਲ ਹੋਣ ਦੇ ਲਈ ਫਿਰੋਜ਼ਪੁਰ ਦਫ਼ਤਰ ਦੇ ਵਿੱਚ ਬੁਲਾਇਆ ਸੀ ਤੇ ਹੁਣ ਸੁਸ਼ੀਲ ਕੁਮਾਰ ਦਫ਼ਤਰ ਦੇ ਅੰਦਰ ਹੀ ਹੈ। ਗ੍ਰਿਫਤਾਰੀ ਤੋਂ ਬਚਣ ਦੇ ਲਈ ਕੇਸ ਦੇ ਵਿੱਚ ਨਾਮਜ਼ਦ ਜਿਹੜੇ ਮੁਲਜ਼ਮ ਸਨ SP ਗਗਨੇਸ਼ ਕੁਮਾਰ, DSP ਸੁਸ਼ੀਲ ਕੁਮਾਰ, ਸਬ ਇੰਸਪੈਕਟਰ ਖੇਮਚੰਦਰ ਪ੍ਰਾਸ਼ਰ ਤੇ ਡੇਰਾ ਗਊਸ਼ਾਲਾ ਬੀੜ ਸਿੱਖਾਂ ਵਾਲੇ ਦੇ ਮਹੰਤ ਮਲਕੀਤ ਦਾਸ ਤੇ ਜਸਵਿੰਦਰ ਸਿੰਘ ਠੇਕੇਦਾਰ, ਇਹਨਾਂ ਪੰਜਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਇੱਕ FIR ਵੀ ਦਰਜ ਹੁੰਦੀ ਹੈ। ਤਾਂ ਅਗਾਊਂ ਜ਼ਮਾਨਤ ਜਿਹੜੀ ਦਾਇਰ ਕੀਤੀ ਗਈ ਸੀ ਜੋ ਐਡੀਸ਼ਨਲ ਸੈਸ਼ਨ ਤੇ ਡਿਸਟ੍ਰਿਕਟ ਜੱਜ ਦੀ ਕੋਰਟ ਨੇ ਖਾਰਜ ਵੀ ਕਰ ਦਿੱਤੀ ਸੀ। 2 ਜੂਨ 2023 ਨੂੰ ਇਹ ਮਾਮਲਾ ਦਰਜ ਹੋਇਆ ਸੀ, ਕੇਸ ਦਰਜ ਹੋਇਆ ਸੀ ਜਿਸ ਵਿੱਚ SP ਗਗਨੇਸ਼ ਕੁਮਾਰ, DSP ਸੁਸ਼ੀਲ ਕੁਮਾਰ ਤੇ ਸਬ ਇੰਸਪੈਕਟਰ ਖੇਮਚੰਦਰ ਪ੍ਰਾਸ਼ਰ ਜਿਨ੍ਹਾਂ ਦੇ ਉੱਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਸਨ। ਨਾਮਜ਼ਦ ਇਹਨਾਂ ਮੁਲਜ਼ਮਾਂ ਦੀ ਜਲਦ ਹੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਸੀ। ਸ਼ਿਕਾਇਤਕਰਤਾ ਤੇ ਬਾਬਾ ਹਰਕਾ ਦਾਸ ਡੇਰਾ ਪ੍ਰਮੁੱਖ ਬਾਬਾ ਗਗਨ ਦਾਸ ਨੇ ਆਰੋਪ ਲਗਾਇਆ ਸੀ, ਦੋਸ਼ ਲਾਇਆ ਸੀ ਕਿ ਪੁਲਿਸ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ, ਜਿਸ ਕਰਕੇ ਉਹਨਾਂ ਦੀ ਜਾਨ ਨੂੰ ਖਤਰਾ ਵੀ ਹੈ। ਉਹ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਸਨ ਲਗਾਤਾਰ ਇਸ ਗੰਭੀਰ ਮਾਮਲੇ ਵਿੱਚ ਨਾਮਜ਼ਦ ਇਹਨਾਂ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਕੋਟਕਪੂਰਾ ਥਾਣੇ ਦੇ ਵਿੱਚ ਇਹ ਸ਼ਿਕਾਇਤ ਦਿੱਤੀ ਗਈ ਸੀ। 2 ਜੂਨ 2023 ਨੂੰ ਬਾਬਾ ਹਰਕਾ ਦਾਸ ਡੇਰਾ ਪ੍ਰਮੁੱਖ ਬਾਬਾ ਗਗਨ ਦਾਸ ਨੇ ਕੋਟਕਪੂਰਾ ਸਦਰ ਥਾਣੇ ਦੇ ਵਿੱਚ ਰਿਸ਼ਵਤ ਮੰਗਣ ਦੀ ਸ਼ਿਕਾਇਤ ਕੀਤੀ ਸੀ ਕਿ ਮੇਰੇ ਤੋਂ ਰਿਸ਼ਵਤ ਮੰਗੀ ਜਾ ਰਹੀ ਹੈ। ਵਿਜੀਲੈਂਸ ਦੀ ਸਿਫਾਰਿਸ਼ ਤੇ ਜਾਂਚ ਤੋਂ ਬਾਅਦ ਫਰੀਦਕੋਟ ਦੇ ਤਤਕਾਲੀ SP ਗਗਨੇਸ਼ ਕੁਮਾਰ, ਤਤਕਾਲੀ DSP ਸੁਸ਼ੀਲ ਕੁਮਾਰ, IG ਦਫ਼ਤਰ ਦੇ ਵਿੱਚ ਹੀ ਤਾਇਨਾਤ ਸਬ ਇੰਸਪੈਕਟਰ ਖੇਮਚੰਦਰ ਪ੍ਰਾਸ਼ਰ, ਮਹੰਤ ਮਲਕੀਤ ਦਾਸ ਤੇ ਜਸਵਿੰਦਰ ਸਿੰਘ ਠੇਕੇਦਾਰ ਨੂੰ ਨਾਮਜ਼ਦ ਕਰ ਲਿਆ ਗਿਆ ਸੀ। ਇਸ ਕਤਲकांड ਦੇ ਵਿੱਚ ਰਿਸ਼ਵਤ ਮਾਮਲਾ ਜਿਹੜਾ 7 ਨਵੰਬਰ 2019 ਦਾ ਹੈ। ਗਊਸ਼ਾਲਾ ਕੋਟ ਸੁਖੀਆ ਦੇ ਸੰਤ ਬਾਬਾ ਦਿਆਲ ਦਾਸ ਦਾ ਕਤਲ ਹੋਇਆ ਸੀ। ਮਾਮਲੇ ਦੇ ਵਿੱਚ ਪੁਲਿਸ ਦੁਆਰਾ ਮੋਗਾ ਨਿਵਾਸੀ ਜਰਨੈਲ ਸਿੰਘ ਸਮੇਤ 3 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਸੀ, ਪਰੰਤੂ ਜਰਨੈਲ ਸਿੰਘ ਨੂੰ ਫੜਿਆ ਨਹੀਂ ਸੀ ਗਿਆ। ਜਰਨੈਲ ਸਿੰਘ ਦੁਆਰਾ ਖੁਦ ਇੱਕ ਨੂੰ ਬੇਗੁਨਾਹ ਸਾਬਤ ਕਰਨ ਦੇ ਲਈ ਅਰਜ਼ੀ ਲਗਾ ਦਿੱਤੀ ਗਈ ਸੀ, ਜਿਸ ਨੂੰ ਤਤਕਾਲੀ DIG ਫਰੀਦਕੋਟ ਦੇ ਨੇਤਰਤਵ ਦੇ ਵਿੱਚ ਉਸ ਦੀ ਅਗਵਾਈ ਦੇ ਵਿੱਚ ਸਿੱਟ ਦਾ ਗਠਨ ਕਰ ਦਿੱਤਾ ਗਿਆ। ਤਤਕਾਲੀ DIG ਫਰੀਦਕੋਟ ਨੇ ਜਦੋਂ ਸਿੱਟ ਦਾ ਗਠਨ ਕੀਤਾ ਤੇ ਉਸਨੇ ਆਪਣੀ ਜਾਂਚ ਦੇ ਵਿੱਚ ਜਰਨੈਲ ਸਿੰਘ ਨੂੰ ਬਾਹਰ ਕਰ ਦਿੱਤਾ ਸੀ। ਪਰ ਇਸ ਸਾਰੇ ਮਸਲੇ ਦੇ ਵਿੱਚ ਹੁਣ ਇਹ ਵੀ ਪਤਾ ਲੱਗਿਆ ਕਿ ਮੁਲਜ਼ਮ ਨੂੰ ਬਚਾਉਣ ਦੇ ਲਈ 1 ਕਰੋੜ ਰੁਪਈਆ ਜਿਹੜੀ ਰਿਸ਼ਵਤ ਤੱਕ ਦੀਆਂ ਗੱਲਾਂ ਹੋਈਆਂ। ਹੁਣ ਦੁਬਾਰਾ ਕੇਸ ਦੇ ਵਿੱਚ ਨਾਮ ਸ਼ਾਮਲ ਕਰਨ ਦੇ ਲਈ 50 ਲੱਖ ਰੁਪਏ ਮੰਗੇ ਜਾ ਰਹੇ ਸਨ। ਮੋਗਾ ਨਿਵਾਸੀ ਜਰਨੈਲ ਸਿੰਘ ਤੇ 2 ਹੋਰ ਅਗਿਆਤ ਲੋਕ ਨੇ ਜਿਹੜੇ ਉਹਨਾਂ ਦੇ ਉੱਤੇ ਮੁਕੱਦਮਾ ਦਰਜ ਹੋਇਆ ਸੀ। ਬਾਬਾ ਗਗਨ ਦਾਸ ਦਾ ਜਿਹੜਾ ਕਤਲ ਦਾ ਮੁੱਖ ਮੁਲਜ਼ਮ ਦੱਸਿਆ ਜਾ ਰਿਹਾ ਸੀ ਜਰਨੈਲ ਸਿੰਘ। ਹਾਈ ਕੋਰਟ ਨੇ ਸਿੱਟ ਦਾ ਗਠਨ ਦਾ ਆਦੇਸ਼ ਦਿੱਤਾ ਸੀ, ਹੁਕਮ ਦਿੱਤਾ ਸੀ। ਜਦੋਂ ਹੁਣ ਪੁਲਿਸ ਨੇ ਚਲਾਨ ਪੇਸ਼ ਕੀਤਾ ਤਾਂ ਬਾਬਾ ਗਗਨ ਦਾਸ ਨੇ ਕੋਰਟ ਵਿੱਚ ਪੇਸ਼ ਹੋ ਕੇ ਕਤਲ ਦਾ ਮੁੱਖ ਮੁਲਜ਼ਮ ਹੈ ਜਿਹੜਾ ਜਰਨੈਲ ਸਿੰਘ ਨੂੰ ਦੱਸਿਆ। ਇਸ ਤੋਂ ਬਾਅਦ ਅਦਾਲਤ ਨੇ ਜਰਨੈਲ ਸਿੰਘ ਨੂੰ ਤਲਬ ਕੀਤਾ ਤੇ ਫਿਰ ਜਰਨੈਲ ਸਿੰਘ ਜ਼ਮਾਨਤ ਦੇ ਲਈ ਹਾਈ ਕੋਰਟ ਵਿੱਚ ਪਹੁੰਚ ਜਾਂਦਾ ਹੈ, ਜਿਸ ਕਰਕੇ ਹਾਈ ਕੋਰਟ ਨੇ ਇਹ ਵੀ ਪਾਇਆ ਕਿ ਜੋ ਕਤਲ ਮੁੱਖ ਦੋਸ਼ੀ ਹੈ ਉਸੇ ਸਿੱਟ ਨੇ ਬੇਗੁਨਾਹ ਕਰਾਰ ਕਰ ਦਿੱਤਾ ਸੀ। ਇਹ ਕਿਵੇਂ ਹੋ ਗਿਆ? ਜਿਸ ਤੋਂ ਬਾਅਦ ਹਾਈ ਕੋਰਟ ਦੁਆਰਾ ਮੌਜੂਦਾ IG ਫਰੀਦਕੋਟ ਨੂੰ ਇੱਕ ਸਿੱਟ ਦਾ ਗਠਨ ਕਰਨ ਦੇ ਲਈ ਹੁਕਮ ਦਿੱਤੇ ਗਏ। IG ਦੇ ਨਾਮ ਦੇ ਉੱਤੇ ਰਿਸ਼ਵਤ ਵੀ ਮੰਗੀ ਗਈ। ਸਿੱਟ ਦੀ ਜਾਂਚ ਦੇ ਵਿੱਚ ਖੁਲਾਸਾ ਹੋਇਆ ਕਿ ਜਰਨੈਲ ਸਿੰਘ ਨੂੰ ਜਿਹੜਾ ਇਸ ਕਤਲकांड ਦੇ ਮੁਕੱਦਮੇ ਤੋਂ ਬਾਹਰ ਕਰਨ ਦੇ ਲਈ 1 ਕਰੋੜ ਰੁਪਏ ਰਿਸ਼ਵਤ ਮੰਗੀ ਗਈ ਸੀ। ਹੁਣ ਸਿੱਟ ਨੂੰ ਹਾਈ ਕੋਰਟ ਨੇ ਇੱਕ ਹਲਫੀਆ ਬਿਆਨ ਦੇਣਾ ਸੀ ਕਿ ਜਰਨੈਲ ਸਿੰਘ ਮੁੱਖ ਮੁਲਜ਼ਮ ਹੈ ਜਾਂ ਨਹੀਂ ਹੈ, ਉਹਨੂੰ ਰੱਖਿਆ ਜਾਵੇ ਜਾਂ ਨਾ ਰੱਖਿਆ ਜਾਵੇ। ਇਸ ਦੇ ਲਈ ਸਿੱਟ ਨੇ ਉਹਨਾਂ ਮੈਂਬਰਾਂ ਨੇ ਬਾਬਾ ਗਗਨ ਦਾਸ ਦੇ ਸੰਪਰਕ ਦੇ ਵਿੱਚ ਆ ਕੇ ਕਿਹਾ ਕਿ ਜੇਕਰ ਜਰਨੈਲ ਸਿੰਘ ਨੂੰ ਮੁਕੱਦਮੇ ਵਿੱਚ ਸ਼ਾਮਲ ਕਰਨਾ ਹੈ ਤਾਂ IG ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣੀ ਪਵੇਗੀ। 35 ਲੱਖ ਰੁਪਏ ਦਾ ਸੌਦਾ ਤੈਅ ਹੋ ਗਿਆ। 20 ਲੱਖ ਰੁਪਏ IG ਫਰੀਦਕੋਟ ਦੇ ਨਾਮ ਦੇ ਉੱਤੇ ਲੈ ਵੀ ਲਏ ਗਏ। ਪਰ ਹੁਣ ਭੰਨ ਕੇ ਪਈ IG ਨੂੰ ਜਦੋਂ ਪਤਾ ਲੱਗਿਆ ਤੇ ਇਸ ਨੂੰ ਫਿਰ ਵਿਜੀਲੈਂਸ ਨੇ ਮਾਮਲਾ ਦਰਜ ਕਰ ਦਿੱਤਾ ਤੇ ਹੁਣ ਆਖਰਕਾਰ DSP ਸੁਸ਼ੀਲ ਕੁਮਾਰ ਦੀ ਗ੍ਰਿਫਤਾਰੀ ਵੀ ਹੋ ਗਈ ਹੈ। ਅਗਲੀ ਖਬਰ ਜੁੜੀ ਹੈ ਪੰਜਾਬ ਦੀ ਸਿਆਸਤ ਨਾਲ ਹੀ। ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਿਹੜੇ ਕਰਤਾ ਧਰਤਾ ਨੇ, ਸਰਪ੍ਰਸਤ ਨੇ, ਉਹਨਾਂ ਨੇ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਜਾਗਦੀਆਂ ਜ਼ਮੀਰਾਂ ਵਾਲਿਆਂ ਨੇ ਸਬੂਤ ਦਿੱਤਾ ਹੈ। ਜਾਗਦੀ ਜ਼ਮੀਰ ਵਾਲੀਆਂ ਬੀਬੀਆਂ ਤੋਂ ਸੇਧ ਲੈਣ
ਅਕਾਲੀ ਲੀਡਰ। ਇਹ ਗੱਲ ਆਖੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ। ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਤਾਨਾਸ਼ਾਹੀ ਫੈਸਲੇ ਦੇ ਖਿਲਾਫ ਸਮੂਹਿਕ ਅਸਤੀਫਾ ਦੇਣ ਵਾਲੀਆਂ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਨੂੰ ਹੌਸਲੇ ਦੀ ਦਾਤ ਦਿੰਦਿਆਂ ਕਿਹਾ ਕਿ ਜੋ ਕੰਮ ਬਾਦਲ ਦਲ ਵਿੱਚ ਮਜਬੂਰ ਹੋਏ ਬੈਠੇ ਵੱਡੇ ਲੀਡਰ ਨਾ ਕਰ ਸਕੇ, ਉਹ ਕੰਮ ਇਹਨਾਂ ਜੁਝਾਰੂ ਬੀਬੀਆਂ ਨੇ ਕਰਕੇ ਆਪਣੀ ਜਾਗਦੀ ਜ਼ਮੀਰ ਦਾ ਸਬੂਤ ਦਿੱਤਾ। ਢੀਂਡਸਾ ਨੇ ਬੀਬੀਆਂ ਵੱਲੋਂ ਚੁੱਕੇ ਗਏ ਇਸ ਕਦਮ ਨੂੰ ਸ਼ਲਾਘਾਯੋਗ ਦੱਸਿਆ। ਉਹਨਾਂ ਨੇ ਵਧਾਈ ਵੀ ਦਿੱਤੀ। ਉਹਨਾਂ ਨੇ ਵੀ ਕਿਹਾ ਕਿ ਕੋਈ ਸਮਾਂ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਕੁਰਬਾਨੀਆਂ ਕਰਨ ਵਾਲੇ ਲੀਡਰਾਂ ਦੀ ਬਹੁਤਾਤ ਹੁੰਦੀ ਸੀ, ਪਰ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸਿਰਫ ਚਾਪਲੂਸਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ। ਯੋਗਤਾ ਅਤੇ ਸੀਨੀਅਰਤਾ ਨੂੰ ਇੱਕ ਪਾਸੇ ਰੱਖ ਕੇ ਕੇਵਲ ਸੁਖਬੀਰ ਸਿੰਘ ਬਾਦਲ ਦੀ ਜੀ ਹਜ਼ੂਰੀ ਕਰਨ ਵਾਲਿਆਂ ਨੂੰ ਹੀ ਵੱਡੇ ਅਹੁਦੇ ਦਿੱਤੇ ਜਾਂਦੇ ਨੇ। ਉਹਨਾਂ ਆਖਿਆ ਕਿ ਅਕਾਲੀ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਨਾਲ ਤਿਲਾਂਜਲੀ ਦਿੱਤੇ ਜਾਣ ਕਾਰਨ ਹੀ ਅੱਜ ਅਕਾਲੀ ਦਲ ਹਾਸ਼ੀਏ ਤੇ ਆ ਗਿਆ ਹੈ। ਸੁਖਦੇਵ ਸਿੰਘ ਢੀਂਡਸਾ ਇਹ ਵੀ ਕਹਿੰਦੇ ਨਜ਼ਰ ਆਏ ਕਿ ਸੁਖਬੀਰ ਸਿੰਘ ਬਾਦਲ ਉਸੇ ਦਰਖਤ ਨੂੰ ਵੱਢ ਰਿਹਾ ਹੈ ਜਿਸ ਦੀ ਟਾਹਣੀ ਤੇ ਉਹ ਖੁਦ ਬੈਠਾ ਹੈ। ਉਹਨਾਂ ਕਿਹਾ ਕਿ ਬਾਦਲ ਦਲ ਵਿੱਚ ਡਰ ਕੇ ਬੈਠੇ ਲੀਡਰਾਂ ਨੂੰ ਵੀ ਜਾਗਦੀ ਜ਼ਮੀਰ ਵਾਲੀਆਂ ਇਹਨਾਂ ਬੀਬੀਆਂ ਤੋਂ ਸੇਧ ਲੈ ਕੇ ਸੁਖਬੀਰ ਸਿੰਘ ਬਾਦਲ ਦੀਆਂ ਆਪ ਹੁਦਰੀਆਂ ਤੇ ਤਾਨਾਸ਼ਾਹੀ ਰਵੱਈਏ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਸੁਖਦੇਵ ਸਿੰਘ ਢੀਂਡਸਾ ਨੇ ਮੰਗ ਕੀਤੀ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਕੇਂਦਰ ਸਰਕਾਰ ਦੇ ਵੱਲੋਂ ਰਿਹਾ ਕਰਨਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਐਨਡੀਏ ਦੀ ਮੀਟਿੰਗ 'ਚ ਸਿੱਖ ਪੰਥ ਤੇ ਪੰਜਾਬ ਦੇ ਲਟਕ ਰਹੇ ਮਸਲੇ ਤੇ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਉਣ ਦਾ ਦਾਅਵਾ ਕੀਤਾ ਹੈ। ਕੇਂਦਰ ਸਰਕਾਰ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਪਹਿਲ ਦੇ ਆਧਾਰ ਤੇ ਬੰਦੀ ਸਿੰਘਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਹੈ। ਦਿੱਲੀ ਵਿੱਚ ਐਨਡੀਏ ਦੇ ਬੀਤੇ ਦਿਨ ਹੋਈ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਤੇ ਸੀਨੀਅਰ ਮੀਤ ਪ੍ਰਧਾਨ ਜਸਟਿਸ ਨਿਰਮਲ ਸਿੰਘ ਸੇਵਾ ਮੁਕਤ ਸਿੱਖ ਪੰਥ ਅਤੇ ਪੰਜਾਬ ਦੇ ਹੱਕੀ ਮਸਲਿਆਂ ਦੇ ਲਈ ਪੁਰਜੋਰ ਢੰਗ ਨਾਲ ਆਵਾਜ਼ ਉਠਾਈ ਗਈ, ਜਿਸ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦੀ ਤੋਂ ਜਲਦੀ ਕਰਵਾਉਣ, ਪੰਜਾਬ ਵਿੱਚ ਆਏ ਹੜ੍ਹ ਕਾਰਨ ਹੋਈ ਤਬਾਹੀ ਦੀ ਭਰਪਾਈ ਲਈ ਵਿਸ਼ੇਸ਼ ਆਰਥਿਕ ਪੈਕੇਜ ਦੇਣ ਤੇ ਇਲਾਵਾ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਮੰਗ ਕੀਤੀ। ਸੁਖਦੇਵ ਸਿੰਘ ਢੀਂਡਸਾ ਨੇ ਦੱਸਿਆ ਕਿ ਮੀਟਿੰਗ ਵਿੱਚ ਉਹਨਾਂ ਵੱਲੋਂ ਚੁੱਕੇ ਗਏ ਮਸਲਿਆਂ ਤੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ ਤੇ ਉਮੀਦ ਹੈ ਕਿ ਕੇਂਦਰ ਵਿੱਚ ਐਨਡੀਏ ਦੀ ਸਰਕਾਰ ਇਹਨਾਂ ਵਾਜਬ ਮੰਗਾਂ ਤੇ ਧਿਆਨ ਜ਼ਰੂਰ ਦੇਵੇਗੀ। ਅਗਲੀ ਖਬਰ ਜੁੜੀ ਹੋਈ ਹੈ ਜਿਹੜੇ ਆਊਟਸੋਰਸ ਤੇ ਕੰਮ ਕਰਨ ਵਾਲੇ ਮੁਲਾਜ਼ਮ ਨੇ ਉਹਨਾਂ ਦੀਆਂ ਘੱਟੋ ਘੱਟ ਉਜਰਤਾਂ ਕਿੰਨੀਆਂ ਹੋਣ, ਤਨਖਾਹਾਂ ਕਿੰਨੀਆਂ ਹੋਣ। ਪੰਜਾਬ ਰਾਜ ਖੁਰਾਕ ਕਮਿਸ਼ਨ ਪੰਜਾਬ ਖੁਰਾਕ ਸੁਰੱਖਿਆ ਨਿਯਮਾਂ 2016 ਵਿੱਚ ਸੋਧ ਲਈ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਬਿਹਤਰੀਨ ਅਭਿਆਸਾਂ ਤੋਂ ਸੇਧ ਲਵੇਗਾ। ਕਮਿਸ਼ਨ ਨੇ ਆਊਟਸੋਰਸ ਕਰਮਚਾਰੀਆਂ ਲਈ ਘੱਟੋ ਘੱਟ ਉਜਰਤਾਂ ਨੂੰ ਮਨਜ਼ੂਰੀ ਦਿੱਤੀ ਹੈ। ਇੱਥੇ ਵੀ ਦੱਸਦੀ ਹੈ ਕਿ ਜਿਹੜੇ PSFSC ਨੇ ਆਂਧਰਾ ਪ੍ਰਦੇਸ਼ ਖੁਰਾਕ ਸੁਰੱਖਿਆ ਨਿਯਮ 2017 ਤੇ ਤੇਲੰਗਾਨਾ ਖੁਰਾਕ ਸੁਰੱਖਿਆ ਨਿਯਮਾਂ ਦੀ ਤਰਜ਼ ਤੇ ਪੰਜਾਬ ਖੁਰਾਕ ਸੁਰੱਖਿਆ ਨਿਯਮ 2016 ਨੂੰ ਸੋਧਣ ਦੀ ਪਹਿਲ ਕੀਤੀ ਹੈ। ਇਸ ਸੰਬੰਧੀ ਕਮਿਸ਼ਨ ਦੇ ਚੇਅਰਮੈਨ DP ਰੈਡੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮੈਂਬਰ ਸ਼੍ਰੀਮਤੀ ਇੰਦਰਾ ਗੁਪਤਾ ਅਤੇ ਪ੍ਰੀਤੀ ਚਾਵਲਾ ਤੇ ਪੰਜਾਬ ਖੁਰਾਕ ਸੁਰੱਖਿਆ ਨਿਯਮਾਂ ਵਿੱਚ ਸੋਧ ਸੰਬੰਧੀ ਆਪਣੇ ਸੁਝਾਅ ਦੇਣਗੇ। ਇਸ ਤੋਂ ਬਾਅਦ ਸਕੂਲ ਸਿੱਖਿਆ ਅਤੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਪ੍ਰਾਪਤ ਸੁਝਾਵਾਂ ਦੀ ਸਾਂਝੀ ਸੂਚੀ ਦੇ ਮੈਂਬਰਾਂ ਦੇ ਸੁਝਾਵਾਂ ਸਮੇਤ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੂੰ ਭੇਜੀ ਜਾਵੇਗੀ ਤਾਂ ਜੋ ਇਹਨਾਂ ਸੁਝਾਵਾਂ ਨੂੰ ਪੰਜਾਬ ਖੁਰਾਕ ਸੁਰੱਖਿਆ ਨਿਯਮਾਂ 2016 ਵਿੱਚ ਸ਼ਾਮਲ ਕੀਤਾ ਜਾ ਸਕੇ। ਕਮਿਸ਼ਨ ਨੇ ਡਿਪਟੀ ਕਮਿਸ਼ਨਰ UT ਚੰਡੀਗੜ੍ਹ ਦੇ ਹੁਕਮ ਨੰਬਰ DCDNF 2023 13/357 ਮਿਤੀ 28/5/2023 ਰਾਹੀਂ ਜਾਰੀ ਆਦੇਸ਼ਾਂ ਦੀ ਪਾਲਣਾ ਕਰਦਿਆਂ 1/4/2023 ਤੋਂ 31/3/2024 ਦੋਵੇਂ ਦਿਨਾਂ ਸਮੇਤ ਤੱਕ ਕਮਿਸ਼ਨ ਵਿੱਚ ਕੰਮ ਕਰ ਰਹੇ ਆਊਟਸੋਰਸ ਕਰਮਚਾਰੀਆਂ ਦੀਆਂ ਵੱਖ-ਵੱਖ ਸ਼੍ਰੇਣੀਆਂ ਜਿਵੇਂ ਕਿ PN ਹੈਲਪਰ, ਸਫਾਈ ਕਰਮਚਾਰੀ, ਕੰਮ ਚੌਂਕੀਦਾਰ, ਡਰਾਈਵ ਲਾਈਟ ਕਲਰਕ, ਆਫਿਸ ਸਹਾਇਕ, ਸੀਨੀਅਰ ਸਹਾਇਕ, ਨਿੱਜੀ ਸਹਾਇਕ, ਸੁਪਰਡੈਂਟ ਗ੍ਰੇਡ 1, ਨਿੱਜੀ ਸਕੱਤਰ ਦੀਆਂ ਘੱਟੋ-ਘੱਟ ਉਜਰਤਾਂ ਵਿੱਚ ਸੋਧ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਮਿਸ਼ਨ ਨੇ ਭਵਿੱਖ ਵਿੱਚ ਵੀ ਡਿਪਟੀ ਕਮਿਸ਼ਨਰ UT ਚੰਡੀਗੜ੍ਹ ਵੱਲੋਂ ਕੀਤੀਆਂ ਗਈਆਂ ਸੋਧਾਂ ਅਨੁਸਾਰ PSFSC ਦੇ ਚੇਅਰਮੈਨ ਨੂੰ ਆਪਣੇ ਆਊਟਸੋਰਸ ਕਰਮਚਾਰੀਆਂ ਵਾਸਤੇ ਘੱਟੋ ਘੱਟ ਤਨਖਾਹ ਦੀਆਂ ਸੋਧਾਂ ਦਰਾਂ ਨੂੰ ਮਨਜ਼ੂਰੀ ਦੇਣ ਵਾਸਤੇ ਅਧਿਕਾਰਤ ਕੀਤਾ ਹੈ। ਇਸ ਮੌਕੇ ਚੇਅਰਮੈਨ ਨੇ ਸੂਬੇ ਵਿੱਚ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਪ੍ਰਭਾਵਿਤ ਸਕੂਲਾਂ ਦੇ ਨਾਲ ਆਂਗਣਵਾੜੀ ਦੀ ਪਛਾਣ ਕਰਨ ਲਈ ਕਿਹਾ ਤਾਂ ਜੋ ਸਥਿਤੀ ਕਾਬੂ ਪਾਉਣ ਲਈ ਢੁਕਵੇਂ ਯਤਨ ਕੀਤੇ ਜਾ ਸਕਣ। ਪੁਲਿਸ ਨੇ ਇੱਕ ਹੋਰ ਕਾਰਵਾਈ ਕਰਦਿਆਂ ਨਸ਼ਾ ਤਸਕਰਾਂ ਨੂੰ ਵੀ ਕਾਬੂ ਕਰਨ ਦੇ ਲਈ ਜਿਹੜੀਆਂ ਮੁਹਿੰਮਾਂ ਚਲਾਈਆਂ ਨੇ ਤੇ ਤਸਕਰ ਗ੍ਰਿਫਤਾਰ ਕੀਤੇ ਨੇ। ਹੈਰੋਇਨ ਸਪਲਾਈ ਕਰਨ ਦਾ ਕੰਮ ਕਰਨ ਵਾਲੇ ਮੁਲਜ਼ਮ ਤੇ ਪਿਸਟਲ ਤੇ ਕਾਰਤੂਸ ਤੇ ਬਾਈਕ ਇੱਕ ਬਰਾਮਦ ਕੀਤੀ ਹੈ। ਮੋਹਾਲੀ ਪੁਲਿਸ ਨੇ ਇੱਕ ਨਸ਼ਾ ਤਸਕਰ ਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਨੂੰ ਕਬਜ਼ੇ ਵਿੱਚ ਲੈਂਦਿਆਂ ਹੋਇਆਂ 32 ਬੋਰ ਦਾ ਪਿਸਟਲ,
3 ਜਿੰਦਾ कारतूस 100 ਗ੍ਰਾਮ ਹੈਰੋਇਨ ਤੇ 1 ਮੋਟਰਸਾਈਕਲ ਬਰਾਮਦ ਕੀਤਾ ਹੈ। ਦੋਨੇ ਮੁਲਜ਼ਮ ਨੇ ਉਹਨਾਂ ਦੀ ਪਛਾਣ ਗੁਰਪ੍ਰੀਤ ਸਿੰਘ ਗੋਪੀ ਵਾਸੀ ਫਿਰੋਜ਼ਪੁਰ ਹੋਈ ਹੈ। ਗੁਰਪ੍ਰੀਤ ਸਿੰਘ ਵਾਸੀ ਅਬੋਹਰ ਦੇ ਰਹਿਣ ਵਾਲੇ ਨੇ। ਪੂਰੀ ਟਰਾਈ ਸਿਟੀ ਦੇ ਵਿੱਚ ਸਪਲਾਈ ਕਰਦੇ ਸੀ ਨਸ਼ਾ। ਮੋਟਰਸਾਈਕਲ ਤੇ ਛੋਟੀ ਮਾਤਰਾ ਦੇ ਵਿੱਚ ਲੈ ਕੇ ਜਾਂਦੇ ਸੀ ਨਸ਼ਾ। ਗਾਹਕ ਨੂੰ ਮਿਲਦੇ ਸਾਰ ਹੀ ਉਹਨਾਂ ਤੋਂ ਪੈਸੇ ਕਢਵਾ ਲੈਂਦੇ ਸੀ ਤੇ ਨਾਲ ਹੀ ਗੈਰ ਕਾਨੂੰਨੀ ਹਥਿਆਰ ਰੱਖਦੇ ਸੀ। ਮੁਲਜ਼ਮ ਪਿਛਲੇ ਕਈ ਸਾਲਾਂ ਤੋਂ ਇਲਾਕੇ ਦੇ ਵਿੱਚ ਨਸ਼ਾ ਤਸਕਰੀ ਦਾ ਵਪਾਰ ਕਰ ਰਹੇ ਨੇ, ਜਿਸ ਨੂੰ ਬੈਲੌਂਗੀ ਦੇ ਕੋਲ ਰਹਿਣ ਵਾਲੇ ਇੱਕ ਨਿੱਜੀ ਸੁਸਾਇਟੀ ਦੇ ਫਲੈਟ ਵਿੱਚ ਪਾਇਆ ਗਿਆ ਸੀ। ਰੇਡ ਮਾਰੀ ਤੇ ਉੱਥੋਂ ਕਾਬੂ ਕੀਤਾ ਗਿਆ। ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਗਈ ਤੇ ਮੋਟਰਸਾਈਕਲ ਦੇ ਉੱਤੇ ਹੀ ਇਹ ਨਸ਼ਾ ਤਸਕਰੀ ਦਾ ਕੰਮ ਕਰਦੇ ਸੀ। ਮੁੱਖ ਮੁਲਜ਼ਮ ਨੇ ਜਿਹੜੇ ਇਹ ਦੋਵੇਂ ਮੋਟਰਸਾਈਕਲ ਦੇ ਆਸ-ਪਾਸ ਦੇ ਇਲਾਕਿਆਂ 'ਚ ਨਸ਼ਾ ਤਸਕਰੀ ਦਾ ਕੰਮ ਕਰਦੇ ਸੀ। ਇੱਕ ਤੋਂ ਜ਼ਿਆਦਾ ਮਾਤਰਾ ਵਿੱਚ ਨਸ਼ਾ ਜਿਹੜਾ ਉਹ ਲੈ ਕੇ ਜਾਂਦੇ ਸੀ, ਘਰ ਤੋਂ ਨਿਕਲਦੇ ਸੀ ਔਰ ਜਿੱਥੇ ਸਪਲਾਈ ਕਰਨਾ ਹੁੰਦਾ ਸੀ ਪੈਸੇ ਲੈ ਕੇ ਫਿਰ ਆਪਣੇ ਟਿਕਾਣੇ ਤੇ ਔਰ ਉੱਥੋਂ ਫਿਰ ਨਸ਼ਾ ਲੈ ਕੇ ਫਿਰ ਅਗਲੇ ਟਿਕਾਣੇ ਤੇ ਥੋੜੀ ਮਾਤਰਾ 'ਚ ਇਸੇ ਤਰ੍ਹਾਂ ਇਹ ਨਸ਼ਾ ਵੇਚਦੇ ਰਹੇ। ਪਰ ਲੋਕਾਂ ਨੂੰ ਡਰਾਉਣ ਦਾ ਕੰਮ ਵੀ ਕਰਦੇ ਸੀ ਕਿਉਂਕਿ ਇਹਨਾਂ ਕੋਲ ਗੈਰ ਕਾਨੂੰਨੀ ਹਥਿਆਰ ਵੀ ਸੀ। ਪੁਲਿਸ ਨੇ ਮੁੱਖ ਮੁਲਜ਼ਮ ਨੇ ਜਿਹੜੇ ਇਹਨਾਂ ਦੇ ਖਿਲਾਫ NDPS ਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ। ABC ਬੁਲੇਟਿਨ ਵਿੱਚ ਖਬਰਾਂ ਦਾ ਸਿਲਸਿਲਾ ਇੱਥੇ ਹੀ ਖਤਮ ਹੁੰਦਾ ਹੈ। ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।